बैक आफ्टर शॉर्ट ब्रेक ਅਸੀਂ ਗੱਲਬਾਤ ਕਰ ਰਹੇ ਹਾਂ ਹਾਲ ਟੋਕ ਸ਼ੋ ਵਿੱਚ ਵੂਮਨ ਇਨ ਪਾਵਰ ਤੇ ਮੇਰੇ ਨਾਲ ਨੇ ਰਿਤੂ ਸ਼ਰਮਾ। ਸੋ ਜਾਣਦੇ ਹਾਂ ਇਹਨਾਂ ਤੋਂ ਕਿ ਕੀ ਕੀਤਾ ਜਾ ਸਕਦਾ ਹੈ ਵੂਮਨ ਇਨ ਪਾਵਰ ਦੇ ਵਿੱਚ ਹੋਰ ਪਾਵਰ ਦੇਣ ਵਾਸਤੇ ਵੂਮਨਸ ਨੂੰ। ਹਾਂਜੀ ਰਿਤੂ ਜੀ ਦੱਸੋ, ਤੁਸੀਂ ਕਹਿ ਰਹੇ ਸੀ ਵੀ ਪਬਲਿਕ ਸਪੀਕਿੰਗ ਇਜ਼ ਵਨ ਪਾਰਟ ਆਫ ਇਟ ਜਿੱਥੇ ਕਿ ਇੰਪਲੋਇਮੈਂਟ ਦੇ ਵਿੱਚ ਉਹਨਾਂ ਦੀ ਕਾਫੀ ਮਦਦ ਹੁੰਦੀ ਹੈ, ਤੇ ਹੋਰ ਕਿਹੜੀ ਚੀਜ਼ਾਂ 'ਚ ਤੁਸੀਂ ਉਹਨਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹੋ? ਅਸੀਂ ਇਹ ਜਿਹੜਾ ਟਰਮ ਹੈ ਅਸੀਂ ਕਿਸੇ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਅਸੀਂ ਉਹਨਾਂ ਨੂੰ ਪਾਵਰ ਦਿੰਦੇ ਹਾਂ ਕਿ ਉਹ ਆਪੇ ਅੱਗੇ ਵਧਣ। ਸੋ ਇਟਸ ਗਿਵਿੰਗ ਐਕਚੁਅਲੀ ਬੂਸਟਿੰਗ them up। ਇਟਸ ਲਾਈਕ ਲਾਈਟਿੰਗ ਅ ਲੈਂਪ। ਜਿੱਦਾਂ ਮੋਮਬੱਤੀ ਤੋਂ ਮੋਮਬੱਤੀ ਜਗਾਉਂਦੇ ਰਹੀ ਹੈ ਨਾ, ਉੱਦਾਂ ਵਾਲਾ ਕੰਮ ਹੈ ਕਿ ਜਿੱਦਾਂ ਜੇ ਤੁਹਾਨੂੰ ਕੁਝ ਸਮਝ ਆਇਆ ਆ, ਹਾਂਜੀ, ਤੁਸੀਂ ਉਹਨੂੰ ਬਾਹਰ ਜਾ ਕੇ ਸ਼ੇਅਰ ਕਰੋ। ਮੈਨੂੰ ਹੁਣ ਜਿਹੜੀਆਂ 3-4 ਚੀਜ਼ਾਂ ਸਮਝ ਆਈਆਂ ਕਿ ਇੱਦਾਂ ਹੋਣੀ ਚਾਹੀਦੀ ਹੈ ਲਾਈਫ, ਇੱਦਾਂ ਨਹੀਂ ਹੋਣੀ ਚਾਹੀਦੀ, ਸਾਨੂੰ ਇੱਦਾਂ ਜੀਣਾ ਚਾਹੀਦਾ, ਇੱਦਾਂ ਨਹੀਂ। ਤੇ ਉਹ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜਿਹਨੂੰ ਜੋ ਦੱਸ ਸਕਾਂ। ਹਰ ਬੰਦਾ ਆਪਣੇ ਲੈਵਲ ਤੋਂ ਸਮਝਦਾ ਹੈ ਬਲਬੀਰ, ਹਰ ਬੰਦਾ ਆਪਣੇ ਲੈਵਲ ਤੋਂ ਦੇਖਦਾ ਚੀਜ਼ਾਂ ਨੂੰ, ਤੇ ਜ਼ਰੂਰੀ ਨਹੀਂ ਹੈ ਜਿਹੜੀ ਚੀਜ਼ ਤੁਹਾਨੂੰ ਤੇ ਮੈਨੂੰ ਸਮਝ ਆਉਂਦੀ ਉਹ ਬਾਕੀ ਸਾਰਿਆਂ ਨੂੰ ਸਮਝ ਆਏ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਦੂਜਿਆਂ ਨੂੰ ਸਮਝ ਆਉਂਦੀਆਂ ਮੈਨੂੰ ਸਮਝ ਨਹੀਂ ਆਉਂਦੀਆਂ। ਇਟ ਡਿਪੈਂਡਸ ਅਪਨ ਦ ਸਕਿੱਲ ਐਜ਼ ਵੈਲ, ਹੈ ਨਾ। ਤੇ ਜਿੱਦਾਂ ਤੁਹਾਡਾ ਪਰਸਪੈਕਟਿਵ ਕੀ ਆ ਇੱਥੇ ਵੀ ਡਿਪੈਂਡ ਕਰਦਾ। ਆਮ ਲਰਨਰ, ਆਮ ਲਾਈਫ ਲੌਂਗ ਲਰਨਰ। ਮੈਨੂੰ ਬਹੁਤ ਚੀਜ਼ਾਂ ਜੇ ਮੈਂ ਆਪ ਸਿੱਖਦੀ ਹਾਂ ਹੌਲੀ ਹੌਲੀ ਕਰਕੇ, ਤੇ ਮੈਨੂੰ ਲੱਗਦਾ ਅਸੀਂ ਸਾਰੇ ਸਿੱਖਦੇ ਹਾਂ ਐਜ਼ ਵੀ ਗਰੋ ਓਲਡਰ। ਸਾਨੂੰ ਇਹ ਜ਼ਿਆਦਾ ਹੋਰ ਸਮਝ ਆਉਂਦਾ ਕਿ ਅਸੀਂ ਹੋਰ ਕੀ ਸਿੱਖ ਸਕਦੇ ਹਾਂ। ਤੇ ਉਹਦੇ ਅੰਡਰਨੀਥ ਜਦੋਂ ਕੋਈ ਸਾਨੂੰ ਅਪਰੋਚ ਕਰਦਾ ਹੈ ਸਾਡੀ ਆਰਗੇਨਾਈਜੇਸ਼ਨ ਨੂੰ, ਕਹਿੰਦਾ ਕਿ ਆਈ ਨੀਡ ਟੂ ਡੂ ਦਿਸ ਦੈਟ ਦੀ ਅਦਰ, ਵੀ ਲੁੱਕ ਵਾਟ ਵੀ ਕੈਨ ਡੂ ਫॉर them। ਅਸੀਂ ਉਹਨਾਂ ਨੂੰ ਕਿੱਥੇ ਪਲੇਸ ਕਰ ਸਕਦੇ ਕਿ ਅੱਛਾ ਜਿੱਦਾਂ ਹੁਣ ਸੀਰੀਜ਼ ਆਫ ਫ੍ਰੀ ਵਰਕਸ਼ਾਪਸ ਅਸੀਂ ਅਫੋਰਡ ਕਰ ਸਕਦੇ ਹਾਂ, ਤੇ ਅਸੀਂ ਕਹਿੰਦੇ ਅੱਛਾ ਤੁਸੀਂ ਆਹ ਵਾਲੀਆਂ ਵਰਕਸ਼ਾਪਸ ਤੇ ਆ ਜਾਓ, ਤੇ ਉਹ ਸੀਰੀਜ਼ ਆਫ ਵਰਕਸ਼ਾਪਸ ਤੋਂ ਬਾਅਦ ਦੇ ਮਸਟ ਡਿਵੈਲਪ ਸਮ ਨਿਊ ਸਟਫ ਅਬਾਊਟ ਦੈਮਸੈਲਵਸ। ਦੈਟਸ ਸੈਲਫ ਇਟਸ ਆਲ ਅਬਾਊਟ ਸੈਲਫ ਰਿਅਲਾਈਜੇਸ਼ਨ। ਉਹ ਬੰਦੇ ਨੂੰ ਰਿਅਲਾਈਜ਼ ਕਰਾਉਣਾ ਕਿ ਤੁਹਾਡੇ 'ਚ ਸਕਿੱਲ ਹੈਗਾ ਆ, ਯੂ ਵਰਦੀ, ਯੂ ਕੇਪੇਬਲ। ਤੁਸੀਂ ਆਪਣੇ 'ਚ ਬਿਲੀਵ ਕਰੋ ਐਂਡ you'd be surprised how beautifully that works. So it's educating them in a way. It's yeah, you could call it educating them, just self-realization. So you could call it education. Educating definitely. Actually, it's more of realizing, isn't it? Rather than we say is education, it's realizing themselves for their own power. Exactly. When did I see? As I was talking about the entrepreneurs, female entrepreneurs event that we did yesterday. Hanji. I didn't expect the turnout we had, and I didn't expect the energy we had in the in the event as well. ਪਰ ਉਹ ਇੰਨਾ ਬਿਊਟੀਫੁਲੀ ਸਾਰਾ ਕੁਛ ਕੰਡਕਟ ਹੋਇਆ। I was surprised myself. I was not expecting this ਕਿਉਂਕਿ it was one of its first of its kind. ਪਰ ਇੱਥੋਂ ਸਾਨੂੰ ਹੁਣ ਇਹ ਵੀ ਕਲੀਅਰ ਹੁੰਦਾ ਕਿ ਲੋਕੀ ਚਾਹੁੰਦੇ ਕਿ ਇੱਦਾਂ ਦਾ ਕੁਛ ਹੋਇਆ। So we'll make it a monthly event now. That's really good. That's what people need. Then we need to do what is needed by our society. ਕਹਿ ਲਓ ਤੁਸੀਂ ਵਰਲਡ ਵਾਈਡ ਵੀ ਰਿਤੂ ਸਾਰਿਆਂ ਦੇ ਨਾਲ ਕੰਟੈਕਟ ਕਰਦੇ ਹੋ ਵੂਮਨ ਇਨ ਪਾਵਰ ਦੇ ਵਿੱਚ, ਤੇ ਤੁਹਾਨੂੰ ਕੀ ਡਿਫਰੈਂਟ ਲੱਗਦਾ ਕਿ ਜਿਹੜੀ ਵੂਮਨ ਇਨ ਪਾਵਰ ਐਜ਼ ਅ ਏਸ਼ੀਅਨ ਕਮਿਊਨਿਟੀ 'ਚ ਕਿਸ ਤਰੀਕੇ ਦੇ ਨਾਲ ਡਿਫਰੈਂਟ ਹੈਗੀ ਆ ਰੈਦਰ ਦੈਨ ਲਾਈਕ ਵੀ ਯੂ ਆਰ ਵਰਕਿੰਗ ਵਿਦ ਆਲ ਓਵਰ? ਸਾਡੀ ਆਪਣੀ ਏਸ਼ੀਅਨ ਕਮਿਊਨਿਟੀ ਜਿਹੜੀ ਹੈਗੀ ਆ ਉਹਦੇ ਵਿੱਚ ਕੀ ਡਿਫਰੈਂਟ ਹੈ ਦੂਸਰੀ ਕਮਿਊਨਿਟੀਜ਼ ਦੇ ਨਾਲੋਂ? ਇਨ ਟਰਮਸ ਆਫ ਵਾਟ? ਐਨੀ ਟਰਮਸ ਆਫ ਐਜੂਕੇਸ਼ਨ ਵਾਈਜ਼ ਕਹਿ ਲਓ, ਜਾਂ ਅਸੀਂ ਕਿਸ ਨਜ਼ਰੀਏ ਦੇ ਨਾਲ ਔਰਤ ਦੀ ਵੈਲਿਊ ਵੇਖਦੇ ਆ, ਇਸ ਤਰੀਕੇ ਦੇ ਨਾਲ ਵੀ ਕਹਿ ਸਕਦੇ ਹਾਂ, ਜਾਂ ਡਿਫਰੈਂਸ ਐਜ਼ ਏ ਵੈਰੀ ਕੰਟਰੋਵਰਸ਼ੀਅਲ ਕੁਐਸਚਨ। ਤੁਹਾਡਾ ਇਰਾਦਾ ਕੀ ਹੈ? ਮੇਰਾ ਇਰਾਦਾ ਸਾਰਾ ਕੁਝ ਸਾਫ਼ ਕਰਨ ਦਾ ਅੱਜ। ਸੋ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਸਾਡੇ ਨਾ ਅਨਫੋਰਚੂਨੇਟਲੀ ਕਲਚਰਲ ਕੋਨੋਟੇਸ਼ਨਸ ਬਹੁਤ, ਹਾਂਜੀ, ਤੇ ਉਹਨੂੰ ਸਿਰਫ ਤੁਹਾਡੇ ਤੇ ਮੇਰੇ ਗੱਲ ਕਰਨ ਨਾਲ ਉਹ ਚੇਂਜ ਨਹੀਂ ਹੋਣਗੇ। ਅਸੀਂ ਜਿੰਨੀ ਮਰਜ਼ੀ ਗੱਲ ਕਰੀ ਜਾਈਏ ਉਹਦੇ ਨਾਲ ਚੇਂਜ ਨਹੀਂ ਹੋਣਗੇ। ਹੁਣ ਅਸੀਂ ਗੱਲ ਕਰਕੇ ਹਟੇ ਐਜੂਕੇਸ਼ਨ ਦੀ। ਹਾਂਜੀ, ਐਜੂਕੇਸ਼ਨ ਜਿਹੜੀ ਆ ਉਹ ਕੋਈ ਹਾਈ ਲੈਵਲ ਦੀ ਪ੍ਰਿਵਿਲੇਜ ਨਹੀਂ ਆ, ਉਹ ਬਹੁਤ ਬੇਸਿਕ ਚੀਜ਼ ਆ। ਅਸੀਂ ਜੇ ਚਾਹੁੰਦੇ ਹਾਂ ਕੋਈ ਸਿਚੁਏਸ਼ਨ ਚੇਂਜ ਕਰੀਏ, ਜਾਂ ਕੋਈ ਸੋਚ ਚੇਂਜ ਕਰੀਏ, ਜਾਂ ਕੋਈ ਫਿਜ਼ੀਕਲੀ ਕੁਛ ਕ੍ਰੀਏਟ ਕਰੀਏ, ਉਹਦੇ ਲਈ ਸਾਨੂੰ ਲੋਕਾਂ ਨੂੰ ਐਜੂਕੇਟ ਕਰਨ ਦੀ ਲੋੜ ਆ। ਤੇ ਜ਼ਰੂਰੀ ਨਹੀਂ ਐਜੂਕੇਸ਼ਨ ਦਾ ਮਤਲਬ ਹੈ ਕਿ ਤੁਸੀਂ ਡਿਗਰੀ ਲੈ ਲਓ। ਇੱਥੇ ਪੜ੍ਹੇ ਲਿਖੇ ਅਨਪੜ੍ਹ ਬਹੁਤ ਮਿਲਣਗੇ ਤੁਹਾਨੂੰ। ਹਾਂਜੀ, ਉਹੀ ਮੇਰਾ ਕਹਿਣ ਦਾ ਮਤਲਬ ਹੈ ਕਿ ਰਿਐਲਿਟੀ 'ਚ ਜਿਹੜੇ ਸਾਡੀ ਏਸ਼ੀਅਨ ਇਹ ਸੋਚਿਆ ਜਾਂਦਾ ਵੀ ਕੁੜੀ ਨੂੰ ਐਜੂਕੇਟ ਅਸੀਂ ਕਰਤਾ ਤੇ ਹੁਣ ਆਪਣੇ ਪੈਰਾਂ 'ਤੇ ਖੜੀ ਹੋ ਗਈ ਹੈ, ਐਂਡ ਦੈਟਸ ਇਟ। ਸਮਟਾਈਮਸ ਸਮ ਪੀਪਲ ਥਿੰਕ, ਆਮ ਨਾਟ ਸੇਇੰਗ ਕਿ ਸਾਰੇ ਜਣੇ ਇਹ ਸੋਚਦੇ ਨੇ, ਬਟ ਕਈਆਂ ਦੀ ਸੋਚ ਇਸ ਤੋਂ ਵੀ ਡਾਊਨ ਹੁੰਦੀ ਹੈ ਵੀ ਕੁੜੀ ਨੂੰ ਬਸ ਇੰਨਾ ਪੜ੍ਹਾਉਣਾ ਹੈ ਐਂਡ ਇੰਨਾ ਕੁ ਹੋ ਗਿਆ ਤੇ ਇਹਦਾ ਵਿਆਹ ਕਰ ਦੇਣਾ। ਉਹ ਵੀ ਹੈਗੇ ਨੇ, ਤੇ ਕਈ ਕਹਿੰਦੇ ਕੁੜੀ ਨੂੰ ਪੜ੍ਹਾਉਣ ਦੀ ਲੋੜ ਕੀ ਹੈ, ਹੈ ਨਾ। ਸੋ ਦੇਰ ਇਜ਼ ਡਿਫਰੈਂਟ ਆਪਣੇ ਉਹਨਾਂ ਦੇ ਵੀ ਆਪਣੇ ਐਕਸਪੀਰੀਅੰਸ ਰਿਤੂ ਹੋਏ ਹੁੰਦੇ ਆ ਲਾਈਫ ਦੇ ਵਿੱਚ, ਜਿਹਦੇ ਕਰਕੇ ਉਹ ਇਸ ਦਾਇਰੇ 'ਚੋਂ ਗੁਜ਼ਰ ਕੇ ਦੇ ਆਰ ਲਾਈਕ ਦੈਟ। ਸੋ ਬੇਸਿਕਲੀ ਜਿਹੜਾ ਹੈਗਾ ਸਾਡੀ ਐਜੂਕੇਸ਼ਨ ਇਜ਼ ਇੱਕ ਮਸਲਾ ਹੈਗਾ ਜਿਹਦੇ 'ਤੇ ਸਾਨੂੰ ਗੌਰ ਕਰਨ ਦੀ ਲੋੜ ਹੈ ਐਜ਼ ਯੂ ਮੈਨਸ਼ਨ। ਬਟ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਆਪਣੇ ਕਲਚਰ ਵੱਲ ਦੇਖਦੇ ਹਾਂ, ਸਟਾਰਟਿੰਗ ਵੈਨ ਸਮਬਡੀ ਕਹਿ ਲਓ ਇੱਕ ਮੁੰਡਾ ਜਾਂ ਕੁੜੀ ਦਾ ਬਰਥ ਜਦੋਂ ਹੋਇਆ,
ਹੈ ਨਾ, ਉਸ ਦਿਨ ਤੋਂ ਹੀ ਅਸੀਂ ਜੈਂਡਰ ਡਿਸਕ੍ਰਿਮੀਨੇਸ਼ਨ ਸਟਾਰਟ ਕਰ ਦਿੰਦੇ ਹਾਂ। ਭਾਵੇਂ ਅਸੀਂ ਕਹੀਏ ਹਾਂ ਜਾਂ ਨਾ, ਵੀ ਆਰ ਅਸੀਂ ਕੁਝ ਨਹੀਂ ਮੰਨਦੇ ਇੱਦਾਂ ਦਾ, ਬਟ ਵੀ ਆਰ, ਜਾਂ ਤੁਹਾਡੇ ਚਾਚੇ ਤਾਏ ਜਾਂ ਕੁਛ ਨਾ ਕੁਛ ਅਗਰ ਤੁਹਾਡੇ ਵਿੱਚ ਥੋੜ੍ਹਾ ਹੈ, ਲੇਕਿਨ ਬਟ ਜਦੋਂ ਇੱਕ ਸਰਫੇਸ 'ਤੇ ਅਸੀਂ ਜਾਂਦੇ ਹਾਂ, ਬਾਹਰ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ, ਈਵਨ ਅਗਰ ਤੁਸੀਂ ਦੇਖੋਗੇ ਕਿ ਬੱਚਿਆਂ ਦੇ ਜਿਹੜੇ ਖਿਡੌਣੇ ਆ ਉਹ ਵੀ ਡਿਸਕ੍ਰਿਮੀਨੇਟਡ ਹੈਗੇ ਆ ਕਈ ਵਾਰੀ ਸਾਡੇ ਗਨਸ ਦੇ ਨਾਲ। ਹੁਣ ਵੀ ਆਈ ਮੀਨ ਯੂ ਸੀ ਜਿਹੜੇ ਹੈਗੇ ਮੁੰਡੇ ਗਨ ਲੈ ਕੇ ਖੜੇ ਆ ਇੱਦਾਂ, ਐਂਡ ਕੁੜੀ ਵਿਚਾਰੀ ਉਹਨੂੰ ਟੈਡੀ ਬੇਅਰ ਫੜਾਇਆ ਹੋਇਆ, ਉਹਦੇ ਕੋਲ ਪਿੰਕ ਐਂਡ ਬਲੂ ਕਲਰਸ। ਸੋ ਇਹ ਸਟਾਰਟਿੰਗ ਤੋਂ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸ ਤਰੀਕੇ ਦੇ ਨਾਲ ਅਸੀਂ ਆਪਣੀ ਸੋਸਾਇਟੀ ਜਿਹੜੀ ਹੈਗੀ ਹੈ ਕਿ ਸ਼ੁਰੂ ਤੋਂ ਹੀ ਚੇਂਜ ਕਰੀਏ। ਜਦੋਂ ਬੱਚੇ ਵੈਨ ਦੇ ਆਰ ਬੋਰਨ, ਉਹ ਕਿਸ ਤਰੀਕੇ ਦੇ ਨਾਲ, ਆਈ ਨੋ ਦਿਸ ਇਜ਼ ਅ ਵੈਰੀ ਬਿਗ ਪ੍ਰੋਸੈਸ, ਵੈਰੀ ਬਿਗ ਪ੍ਰੋਸੈਸ ਇਜ਼ ਵੈਲ, ਕਿਉਂਕਿ ਇਹਦੇ ਲਈ ਸਾਨੂੰ ਸਾਰਿਆਂ ਨੂੰ ਅਵੇਅਰਨੈਸ ਕਰਨ ਦੀ ਲੋੜ ਹੈਗੀ ਹੈ। ਬਟ ਜਿੰਨੀ ਕੁ ਅਸੀਂ ਇਨਫੋਰਮੇਸ਼ਨ ਆਪਣੇ ਵੱਲੋਂ ਦੇ ਸਕਦੇ ਹਾਂ, ਵੀ ਵਿਲ ਟਰਾਈ। ਸੋ ਐਜ਼ ਅ ਪ੍ਰੋਫੈਸ਼ਨਲ ਮੈਂ ਜਾਣਨਾ ਚਾਹਾਂਗੀ, ਜਿੱਦਾਂ ਹੁਣ ਇਹ ਆਈ ਬਿਲੀਵ, ਆਈ ਅੰਡਰਸਟੈਂਡ ਬਲਬੀਰ, ਇਸ ਕਿ ਇਹ ਜਿਹੜੀ ਜ਼ਿੰਮੇਵਾਰੀ ਆ ਇਹ ਤੁਹਾਡੇ ਤੇ ਮੇਰੇ ਵਰਗੇ ਲੋਕਾਂ ਤੇ ਆ, ਜਿਨ੍ਹਾਂ ਲੋਕਾਂ ਨੂੰ ਇਹ ਸਮਝ ਆ ਕਿ ਅਸੀਂ ਜੋ ਪ੍ਰੈਕਟਿਸ ਕਰਦੇ ਪਏ ਹਾਂ ਦੈਟ ਇਜ਼ ਨਾਟ ਔਨ। ਹਾਂਜੀ, ਜੇ ਹੁਣ ਜਿੱਦਾਂ ਮੰਨ ਲਓ 2 ਬੱਚੇ ਆ, ਕੁੜੀ ਤੇ ਮੁੰਡਾ, ਉਹਨਾਂ ਨੂੰ ਪਾਲਿਆ ਇੱਦਾਂ ਗਿਆ ਆ, they have been brought up for the first 25 years, let's say, ਇਹ ਕਹਿ ਕੇ ਕਿ ਮੁੰਡਾ 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 ਐਂਡ ਕੁੜੀ ਕੁੜੀ ਕੁੜੀ, you can't do this because you're ਕੁੜੀ, you can't wear this, you're a ਕੁੜੀ, you can't eat this, you're a ਕੁੜੀ, right? I had an uncle who told me once ਕਿ ਕੁੜੀਆਂ ਨੂੰ ਅੰਡੇ ਨਹੀਂ ਖਾਣੇ ਚਾਹੀਦੇ। Okay, right? And that was great inside. What was the reason? I want to know. ਕੁੜੀਆਂ ਨੂੰ ਨਹੀਂ ਖਾਣੇ, ਮੁੰਡੇ ਆ ਫਾਈਨ, ਮੁੰਡੇ ਕੈਨ ਹੈਵ ਅੰਡੇ, ਮੁੰਡੇ ਕੈਨ ਹੈਵ ਮੀਟ, ਪਰ ਕੁੜੀਆਂ ਨੂੰ ਨਹੀਂ ਖਾਣੇ ਚਾਹੀਦੇ। ਜਿੱਦਾਂ ਕੁੜੀਆਂ ਨੂੰ ਸ਼ਰਾਬ ਨਹੀਂ ਪੀਣੀ ਚਾਹੀਦੀ, ਜਿੱਦਾਂ ਕੁੜੀਆਂ ਨੂੰ ਇੰਗਲਿਸ਼ ਕੱਪੜੇ ਨਹੀਂ ਪਾਉਣੇ ਚਾਹੀਦੇ, ਐਂਡ ਐਕਸੈਟਰਾ ਐਕਸੈਟਰਾ ਐਕਸੈਟਰਾ। ਸੋ ਵੀ ਕਾਂਟ ਬਲੇਮ ਦੈਟ ਪਰਸਨ who believes that he is doing and saying the right thing. ਉਹਨਾਂ ਦੀ ਸੋਚ ਦੇ ਉਹ ਕੁਛ ਗਲਤ ਨਹੀਂ ਆ, ਉਹਨਾਂ ਦੀ ਸੋਚ ਦੇ ਹਿਸਾਬ ਨਾਲ ਉਹਨਾਂ ਨੇ ਜੋ ਕਿਹਾ, ਉਹਨਾਂ ਨੇ ਮੇਰੇ ਭਲੇ ਲਈ ਕਿਹਾ। ਹਾਂਜੀ, ਤੇ ਮੈਂ ਉਹ ਥੋਟ ਨੂੰ ਉਹਨਾਂ ਦੇ ਖਿਲਾਫ ਹੋਲਡ ਨਹੀਂ ਕਰ ਸਕਦੀ, ਨਹੀਂ ਕਰਨਾ ਚਾਹੀਦਾ ਮੈਨੂੰ। ਹਾਂਜੀ, ਇਹ ਚੀਜ਼ਾਂ ਸਾਨੂੰ ਦੇਰ ਨਾਲ ਸਮਝ ਆਉਂਦੀਆਂ। ਓਬਵੀਅਸਲੀ ਪਹਿਲਾਂ ਅਸੀਂ ਥੋੜ੍ਹੇ ਰਿਬੈਲੀਅਸ ਹੋ ਜਾਂਦੇ ਕਿ ਤੁਸੀਂ ਮੈਨੂੰ ਇੱਦਾਂ ਕਹਿਤਾ, ਇਹ ਕਰਤਾ, ਪਰ ਇਹ ਜਿਹੜੇ ਲੋਕਾਂ ਨੂੰ ਇਹ ਸਮਝ ਆਉਂਦੀ ਆ ਕਿ ਸਹੀ ਕੀ ਆ, ਜਿਹੜੇ ਲੋਕੀ ਥੋਟਫੁਲ ਆ ਇਹ ਚੀਜ਼ ਦੇ ਬਾਰੇ, ਜਿਹੜੇ ਲੋਕਾਂ ਨੂੰ ਹੁਣ ਸਮਝ ਆ ਗਈ ਆ ਕਿ ਇਟ ਡਜ਼ ਨਾਟ ਮੈਟਰ ਤੁਹਾਡੀ ਕੁੜੀ ਹੋਈ ਆ ਕਿ ਮੁੰਡਾ ਹੋਇਆ, ਜ਼ਿੰਮੇਵਾਰੀ ਓਨੀ ਆ ਤੁਹਾਡੀ। ਕੁੜੀ ਨੂੰ ਵੀ ਓਨੀ ਮੌਕੇ ਦੇਣੇ ਚਾਹੀਦੇ ਆ ਜਿੰਨੇ ਮੁੰਡੇ ਨੂੰ ਦੇਣੇ ਚਾਹੀਦੇ ਆ, ਕੁੜੀ ਨੂੰ ਵੀ ਓਨੀ ਆਜ਼ਾਦੀ ਦੇਣੀ ਚਾਹੀਦੀ ਹੈ ਜਿੰਨੀ ਮੁੰਡੇ ਨੂੰ ਦੇਣੀ ਚਾਹੀਦੀ ਆ। ਵਾਈ ਸ਼ੁੱਡ ਵਨ ਹੈਵ ਮੋਰ ਪ੍ਰਿਵਿਲੇਜ ਓਵਰ ਦੀ ਅਦਰ? ਇਹਦਾ ਜਵਾਬ ਮੈਨੂੰ ਅੱਜ ਤੱਕ ਨਹੀਂ ਮਿਲਿਆ। ਮੈਂ ਬਹੁਤ ਲੋਕਾਂ ਤੋਂ ਪੁੱਛਿਆ, ਤੇ ਛੋਟੇ ਹੁੰਦੇ ਜਦੋਂ ਪੁੱਛਦੀ ਸੀ ਤੇ ਮੇਰੇ ਜਿਹੜੇ ਬਜ਼ੁਰਗ ਸੀ ਉਹ ਇਹ ਗੱਲ ਤੋਂ ਅਫੈਂਡ ਹੋ ਜਾਂਦੇ ਸੀ। Obviously, I think ਹੁਣ ਵੀ offend ਹੋਣਗੇ ਕਈ, offend ਹੋ ਜਾਂਦੇ ਸੀ ਕਿ ਇਹ ਸਾਨੂੰ stupid question ਕਿਉਂ ਪੁੱਛਦੀ ਪਈ ਆ। ਬਟ I honestly wanted an answer ਕਿ ਕਿਉਂ ਤੁਸੀਂ ਕਰਦੇ ਆ। ਮੈਂ ਇੱਦਾਂ ਦਾ ਬੱਚਾ ਸੀ, unfortunately or fortunately I don't know, ਕਿ ਮੈਨੂੰ ਕੁਝ ਕਰਨ ਲਈ ਕਿਹਾ ਜਾਂਦਾ ਸੀ ਤੇ ਮੈਂ ਕਹਿੰਦੀ ਸੀ ਹਾਂ ਮੈਂ ਕਰੂੰਗੀ, ਪਰ ਮੈਨੂੰ ਦੱਸੋ ਮੈਂ ਕਿਉਂ ਕਰਾਂ, ਰੀਜ਼ਨ। ਐਂਡ I was so surprised when I came to this country, ਸਕੂਲਾਂ 'ਚ ਇੱਥੇ ਐਨਾਲਿਟੀਕਲ ਥਿੰਕਿੰਗ ਸਿਖਾਈ ਜਾਂਦੀ ਆ। ਹਾਂਜੀ, ਸਾਨੂੰ ਨਹੀਂ ਪਤਾ ਐਨਾਲਿਟੀਕਲ ਥਿੰਕਿੰਗ ਕੀ ਹੁੰਦੀ ਆ। ਮੈਂ 28 ਈਅਰਸ ਦੀ ਸੀ ਜਦੋਂ ਮੈਂ ਇਹ ਕੰਟਰੀ 'ਚ ਆਈ ਹਾਂ। ਮੈਂ ਨਹੀਂ ਸੀ ਸੁਣੀ ਇਹ ਟਰਮ ਐਨਾਲਿਟੀਕਲ ਥਿੰਕਿੰਗ। ਇੱਥੇ ਸਕੂਲਾਂ 'ਚ ਬੱਚਿਆਂ ਨੂੰ ਕਹਿੰਦੇ ਯੂ ਸ਼ੁੱਡ ਥਿੰਕ ਐਨਾਲਿਟੀਕਲੀ ਬਿਫੋਰ ਯੂ ਮੇਕ ਅ ਡਿਸੀਜਨ। ਹਾਂਜੀ, ਰਾਈਟ। ਤੇ ਤੁਸੀਂ ਕਿਹਾ ਅਸੀਂ ਕਿੱਦਾਂ ਚੇਂਜ ਕਰ ਸਕਦੇ ਹਾਂ? ਚੇਂਜ ਇਜ਼ ਨਾਟ ਗੋਇੰਗ ਟੂ ਹੈਪਨ ਓਵਰਨਾਈਟ, ਇਟਸ ਨਾਟ ਈਵਨ ਗੋਇੰਗ ਟੂ ਹੈਪਨ ਇਨ ਦ ਨੈਕਸਟ 10, 20, 30 ਈਅਰਸ। 100 ਸਾਲ ਵੀ ਲੱਗ ਸਕਦੇ ਆ, 200 ਵੀ ਲੱਗ ਸਕਦੇ ਆ, 300 ਵੀ ਲੱਗ ਸਕਦੇ। ਇਹ ਵੀ ਹੋ ਸਕਦਾ ਹੋਈ ਨਾ ਤੁਹਾਡੇ ਮੇਰੇ ਵਰਗੇ ਮਾਈਨੋਰਿਟੀਜ਼ ਹੋਣ, ਇਹ ਵੀ ਹੋ ਸਕਦਾ ਅਸੀਂ ਸਾਰੀ ਉਮਰ ਹਮੇਸ਼ਾ ਲਈ ਸਾਡੇ ਵਰਗੇ 1-2 ਵੱਖਰੇ ਲੋਕ ਜਿਹੜੇ ਹੈਗੇ, ਇਹ ਵੀ ਹੋ ਸਕਦਾ। ਹੋਰ ਵੀ ਲੋਕ ਹੈਗੇ ਆ, ਮੈਨੂੰ ਪਤਾ ਹੈ। ਪਰ ਜਿਨ੍ਹਾਂ ਲੋਕਾਂ ਨੂੰ ਹੁਣ ਜਿਹੜੇ ਪੜ੍ਹੇ ਲਿਖੇ ਸਮਝਦਾਰ ਬੁੱਧੀਜੀਵੀ ਲੋਕ ਆ, ਜਿਨ੍ਹਾਂ ਨੂੰ ਸਮਝ ਆਉਂਦੀ ਹੈ ਕਿ ਇਹ ਇੱਦਾਂ ਹੋਣਾ ਚਾਹੀਦਾ ਆ, ਉਹ ਆਪਣੇ ਘਰ ਤੋਂ ਸ਼ੁਰੂ ਕਰਨ। ਉਹ ਆਪਣੇ ਘਰ 'ਚ ਇਹ ਪ੍ਰੈਕਟਿਸ ਬਣਾਉਣ ਕੇ ਬੱਚਿਆਂ ਨੂੰ ਫੇਅਰ ਚਾਂਸਿਸ ਦੇਣ, ਬੱਚਿਆਂ ਨਾਲ ਫੇਅਰ ਟਰੀਟਮੈਂਟ ਕਰਨ। ਜੇ ਕੋਈ ਇੱਦਾਂ ਦਾ ਕੰਸਰਨ ਹੈਗਾ, ਕਿਉਂਕਿ ਮੈਨੂੰ ਇੱਕ ਰੇਡੀਓ ਸਟੇਸ਼ਨ 'ਤੇ ਇੱਕ ਉਹਨਾਂ ਨੇ ਇਹ ਵੀ ਪੁੱਛਿਆ ਸੀ, ਪ੍ਰੈਜ਼ੈਂਟਰ ਨੇ, ਕਹਿੰਦੇ ਕਿ ਕੁੜੀਆਂ ਨੂੰ ਤਾਂ ਅਸੀਂ ਪ੍ਰੋਟੈਕਟ ਕਰਕੇ ਰੱਖਦੇ ਹਾਂ, ਤੁਸੀਂ ਕਿੱਦਾਂ ਕਹਿ ਸਕਦੇ ਕੁੜੀਆਂ ਨੂੰ ਓਨੀ ਆਜ਼ਾਦੀ ਮਿਲਣੀ ਚਾਹੀਦੀ ਹੈ? ਹਾਂਜੀ, ਪ੍ਰੋਟੈਕਟ ਕਰਨ ਦਾ ਮਤਲਬ ਉਹਨਾਂ ਨੂੰ ਸਬਡਿਊ ਕਰਨਾ ਨਹੀਂ ਆ, ਉਹਨਾਂ ਨੂੰ ਕੰਪਰੈਸ ਕਰਨਾ ਨਹੀਂ ਆ, ਉਹਨਾਂ ਦੀਆਂ ਡਿਜ਼ਾਇਰਸ ਨੂੰ ਕ੍ਰਸ਼ ਕਰਨਾ ਨਹੀਂ ਆ। ਉਹ ਜਦੋਂ ਹੁੰਦਾ ਆ ਤਾਂ ਉਹ ਅਬਿਊਜ਼ ਆ, ਉਹ ਇਮੋਸ਼ਨਲ ਅਬਿਊਜ਼ ਆ। ਤੁਸੀਂ ਕੁੜੀ ਨੂੰ ਜੇ ਸਮਝਾ ਸਕਦੇ ਆ ਕਿ ਪੁੱਤ ਇਹ ਟਾਈਮ ਤੋਂ ਬਾਅਦ ਮੈਨੂੰ ਫਿਕਰ ਆ, ਜਾਂ ਜਿੱਥੇ ਚੱਲੀ ਮੈਨੂੰ ਪਤਾ ਹੋਣਾ ਚਾਹੀਦਾ ਕਿਹਦੇ ਨਾਲ ਗਏ ਤੁਸੀਂ, ਕਿਉਂ ਗਏ ਆ, ਕਿੱਥੇ ਗਏ ਆ, ਕਦੋਂ ਵਾਪਸ ਆਉਂਗੇ,
there's a way around it. I think ਕਈ ਵਾਰੀ ਰਿਤੂ ਆਪਣੀ ਕਲਚਰ 'ਚ ਇਹ ਵੀ ਹੁੰਦਾ ਕਿ ਕਈ ਰਿਸਟ੍ਰਿਕਸ਼ਨ ਇੰਨੇ ਜ਼ਿਆਦਾ ਲਗਾਏ ਜਾਂਦੇ ਆ ਬੱਚਿਆਂ ਤੇ they go the wrong way. they go the wrong way and yeah. ਜੋ ਕਿ ਅੱਜ ਕੱਲ੍ਹ ਆਪਣੀ ਸੋਸਾਇਟੀ 'ਚ ਹੋ ਰਿਹਾ, ਜਿੱਦਾਂ ਕਹਿ ਲਓ ਵੀ ਤੁਸੀਂ ਜਿੱਦਾਂ ਕੱਪੜਿਆਂ ਦਾ ਇਸ਼ੂ ਕਹਿ ਲਓ ਜਾਂ ਫਿਰ ਐਜੂਕੇਸ਼ਨ ਵਾਈਜ਼ ਕਹਿ ਲਓ ਕਿ ਬੱਚਿਆਂ ਨੂੰ ਉਹੀਓ ਜਿਹੜੇ ਪੇਰੈਂਟਸ ਕਹਿੰਦੇ ਆ ਕਿ ਨਹੀਂ ਤੈਨੂੰ ਇਹ ਕਰਨਾ ਪੈਣਾ exactly ਬਿਕੋਜ਼ ਤੂੰ ਇਹ ਕੰਮ ਨਹੀਂ ਕਰ ਸਕਦੀ, ਸੇ ਯੂ ਵਾਂਟ ਟੂ ਬਿਕਮ ਅ ਪਾਇਲਟ ਔਰ ਸਮਥਿੰਗ, ਨੋ ਤੂੰ ਨਰਸਿੰਗ ਕਰ ਲਾ, ਤੂੰ ਪਾਇਲਟ ਬਣ ਕੇ ਕੀ ਕਰਨਾ, ਯੂ ਨੋ ਵਾਟ ਆਈ ਮੀਨ, or you know certain I've seen in exercise wise is well certain type of you know there is a discrimination act ਕਰ ਸਕਦੇ ਇੱਕ ਚੀਜ਼ ਮੈਨੂੰ ਬਹੁਤ ਕਲੀਅਰਲੀ ਯਾਦ ਆ ਤੇ ਮੈਂ ਆਪਣੀ ਬੁੱਕ 'ਚ ਵੀ ਇਹਨੂੰ ਲਿਖਿਆ ਆ। ਹਾਂਜੀ ਮੈਂ ਇੱਕ ਟਾਈਮ ਤੇ ਆਰਮੀ ਇੰਡੀਅਨ ਆਰਮੀ ਜੁਆਇਨ ਕਰਨਾ ਚਾਹੁੰਦੀ ਸੀ, ਹੈ ਨਾ। ਹਾਂਜੀ ਸੋ ਆਈ ਵਾਸ ਵਨ ਆਫ ਦੋਜ਼ ਰੈਵੋਲੂਸ਼ਨਰੀ, ਮੈਨੂੰ ਆਈਡੀਆਜ਼ ਬਹੁਤ ਹੁੰਦੇ ਸੀ ਤੇ ਮੈਂ ਚਾਹੁੰਦੀ ਸੀ ਭਗਤ ਸਿੰਘ ਐਗਜ਼ੈਕਟਲੀ ਮੈਂ ਲక్ష్ਮੀ ਬਾਈ ਰਾਣੀ, ਝਾਂਸੀ ਕੀ ਰਾਣੀ ਦੀ ਬੜੀ ਫੈਨ ਰਹੀ ਹਾਂ, ਹੈ ਨਾ। ਤੇ ਮੈਂ ਹਾਂ ਭਗਤ ਸਿੰਘ ਦੇ ਅਸੀਂ ਪੰਜਾਬੀ ਹਾਂ, ਸਾਡੇ ਰੈਵੋਲੂਸ਼ਨਰੀ ਖੂਨ ਆ ਸਾਡੇ 'ਚ, ਹੈ ਨਾ। ਤੇ ਮੈਂ ਆਰਮੀ ਜੁਆਇਨ ਕਰਨਾ ਚਾਹੁੰਦੀ ਸੀ ਤੇ ਮੈਂ ਇੱਕ ਦਿਨ ਆਪਣੇ ਡੈਡ ਨੂੰ ਕਿਹਾ ਕਿ ਪਾਪਾ ਮੈਂ ਆਰਮੀ ਜੁਆਇਨ ਕਰਨਾ ਚਾਹੁੰਦੀ। ਹੀ ਲਾਫਡ ਰਾਈਟ, ਹੀ ਲਿਟਰਲੀ ਹੀ ਲਾਫਡ ਫॉर ਗੁੱਡ ਮਿੰਟ ਔਰ ਸੋ ਤੇ ਹੱਸ ਕੇ ਕਹਿੰਦੇ ਅੱਛਾ, ਕਹਿੰਦੇ ਹੋ ਗਿਆ। I was serious. I cried that day. I cried myself to sleep that night. ਪਰ ਉਹਨਾਂ ਲਈ ਇਹ ਜੋਕ ਸੀ ਕਿ ਇਹ ਮੇਰੀ ਕੁੜੀ ਪਾਗਲ ਆ ਕਿਉਂਕਿ ਉਹ ਕੁਝ ਕਰਨਾ ਚਾਹੁੰਦੀ ਆ ਆਊਟਸਾਈਡ ਦ ਨੋਮ। ਜਿਹੜਾ ਵੀ ਆਪਣੇ ਇੱਕ ਦਾਇਰੇ ਤੋਂ ਅਲੱਗ ਹੈਗਾ ਆਪਣੀ, ਬਿਕੋਜ਼ ਇਹ ਹੈਗਾ ਕਿ ਉਸ ਟਾਈਮ ਤੇ ਆਈ ਮੀਨ ਵੈਨ ਯੂ ਵਾਸ 6-7 ਹੋ ਗਏ ਤੁਸੀਂ, ਕਿ ਇਸ ਤੋਂ ਜ਼ਿਆਦਾ ਉਮਰ ਸੀ? ਨਹੀਂ ਮੈਂ ਸਮਝਦਾਰ ਸੀ, ਮੈਂ ਥੋੜੀ ਸਿਆਣੀ ਸੀ, ਮੈਂ ਚੰਗੀ 17 ਸਾਲ ਦੀ 17-18 ਸਾਲ ਦੀ ਹੋਣੀ। ਆਈ ਵਾਸਨਟ ਅ ਬੇਬੀ, ਤੇ ਤੁਸੀਂ ਫਿਰ ਯੂ ਨੋ ਇਟਸ ਦ ਥਿੰਗ, ਫਿਰ ਉਹ ਆ ਜਾਂਦਾ ਵੀ ਸੀਰੀਅਸ ਨਹੀਂ ਲਿੱਤਾ ਜਾਂਦਾ। ਐਗਜ਼ੈਕਟਲੀ, ਕਿਉਂਕਿ ਤੁਹਾਡੀ ਕੈਪੇਬਿਲਿਟੀ ਤੇ ਉਹ ਪਹਿਲੇ ਸ਼ਟ ਡਾਊਨ ਹੋ ਗਿਆ ਕਿ ਨਾ ਯੂ ਨਾਟ ਗੁੱਡ ਇਨਫ ਫॉर ਦਿਸ, ਤੂੰ ਕਿੱਦਾਂ ਕਰੋਗੀ, ਤੂੰ ਕਰ ਨਹੀਂ ਸਕਦੀ। ਇੱਕ ਹੋਰ ਸਾਡੇ ਕਲਚਰ 'ਚ ਜੋ ਕੀ ਆ ਜਾਂਦਾ ਕਿ ਯੂ ਨੋ ਕਲਰ, ਬਹੁਤ ਕੁਛ ਆ, ਕਲਰ ਆ, ਹਾਈਟ ਆ, ਵੇਟ ਆ, ਬੋਡੀ ਸ਼ੇਪ ਆ, ਇਹ ਕਿਸ ਤਰੀਕੇ ਦੇ ਨਾਲ ਆਈ ਮੀਨ ਯੂ ਨੋ ਫਸਟ ਜਿੱਦਾਂ ਕਿ ਅਸੀਂ ਕੋਈ ਵੀ ਚੀਜ਼ ਦੇਖ ਲਈਏ ਹੈ ਨਾ, ਡਿਸਕ੍ਰਿਮੀਨੇਸ਼ਨ ਅਗੇਂਸਟ ਵੂਮਨ ਜ਼ਿਆਦਾ ਹੁੰਦਾ ਆਪਣੇ ਕਲਚਰ 'ਚ। ਅਗਰ ਮੁੰਡਾ ਕਾਲਾ ਇਟ ਡਜ਼ਨਟ ਮੈਟਰ, ਕੁੜੀ ਗੋਰੀ ਚਾਹੀਦੀ ਹੈ ਇਜ਼ਨਟ ਇਟ। ਮੁੰਡਾ ਭਾਵੇਂ ਜਿੱਦਾਂ ਦੇ ਮਰਜ਼ੀ ਕੱਪੜੇ ਪਾਉਂਦਾ, ਕੁੜੀ ਨੂੰ ਸੂਟ ਸਲਵਾਰ ਤੇ ਯੂ ਨੋ ਚੁੰਨੀ ਲੈ ਕੇ ਆਉਣਾ ਚਾਹੀਦਾ। ਇਹ ਯੂ ਨੋ ਇਟਸ ਤੁਸੀਂ 2020 'ਚ ਰਹਿ ਰਹੇ ਹੋ, ਮੈਂ ਨਹੀਂ ਕਹਿੰਦੀ ਕਿ ਵੀ ਤੁਸੀਂ ਯੂ ਨੋ ਦੇਰ ਇਜ਼ ਅ ਰੀਜ਼ਨ ਆਫ ਵੇਅਰਿੰਗ ਸਰਟਨ ਕਲੋਥ ਸਰਟਨ ਟਾਈਮ ਤੇ ਉਹ ਠੀਕ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਤੁਸੀਂ ਤਾਂ ਰੋਜ਼ ਡੀਲ ਕਰਦੇ ਹੋ ਇਹਦੇ ਨਾਲ, ਲਾਈਕ ਯੂ ਨੋ ਸਾਡੇ ਵਿਊਅਰਸ ਨੂੰ ਦੱਸੋ ਵੀ ਇਸ ਬਾਰੇ ਕਿੱਦਾਂ ਇਸ ਮੁੱਦੇ ਤੇ ਅਸੀਂ ਕਾਬੂ ਪਾ ਸਕਦੇ ਹਾਂ। ਜਾਂ ਇਹ ਵੀ ਸੋਚ ਬਦਲਣ ਦੀ ਗੱਲ ਆ, ਕਿਉਂਕਿ ਇੱਕ ਬੱਚਾ ਜਾਂ ਇੱਕ ਯੂਥ ਯੰਗ ਪਰਸਨ ਔਰ ਅ ਮਿਡਲ ਕਲਾਸ ਪਰਸਨ ਲਾਈਕ ਮਾਈ ਸੈਲਫ, ਜੇ ਮੈਂ ਸ਼ੋਰਟ ਆ, ਆਈ ਗਿਵ ਯੂ ਮਾਈ ਐਗਜ਼ਾਮਪਲ, ਦੂਰ ਕਿੱਥੇ ਜਾਣਾ, ਰਾਈਟ, ਆਮ ਸ਼ੋਰਟ, ਆਮ ਲਿਟਲ ਵੂਮਨ ਐਂਡ ਮੈਂ ਚੰਗੀ ਸਿਹਤਮੰਦ ਹੁੰਦੀ ਸੀ ਜਦੋਂ ਮੈਂ ਛੋਟੀ ਸੀ, ਤੇ ਮੇਰੀ ਭੈਣ ਬਹੁਤ ਬਿਊਟੀਫੁਲ ਆ, ਮਾਈ ਐਲਡਰ ਸਿਸਟਰ, ਸ਼ੀ ਇਜ਼ ਲਵਲੀ, ਸ਼ੀ ਇਜ਼ ਰੀਅਲੀ ਪ੍ਰੀਟੀ, ਤੁਹਾਡੇ ਵਾਂਗੂ ਦੇ ਲੰਬੇ ਲੰਬੇ ਬਾਲ ਆ, ਸੋਹਣੀ ਸੁਨੱਖੀ ਆ, ਪਤਲੀ ਲੰਬੀ ਆ, ਐਂਡ ਵੀ ਯੂਜ਼ਡ ਟੂ ਬੋਥ ਗੋ ਟੂਗੈਦਰ ਐਟ ਪਲੇਸਿਸ, ਤੇ ਲੋਕੀ ਦੋਵੇਂ ਬੈਠੀਆਂ ਕੁੜੀਆਂ ਤੇ ਉਹ ਕਹਿੰਦੇ ਸੀ ਹਾਂ ਇਹ ਤੁਹਾਡੀ ਵੱਡੀ ਕੁੜੀ ਬੜੀ ਸੋਹਣੀ ਆ। ਸੋ ਹਾਊ ਡੂ ਯੂ ਥਿੰਕ ਦ ਲਿਟਲ ਵਨ ਫੀਲਸ ਅਬਾਊਟ ਇਟ? ਜੇ ਇਹ ਅਵੇਅਰਨੈਸ ਸਾਡੇ ਲੋਕਾਂ 'ਚ, ਇਹ ਸਾਈਕੋਲੋਜੀਕਲ ਅੰਡਰਸਟੈਂਡਿੰਗ ਦੀ ਗੱਲ ਹੈ ਨਾ, ਕਿ ਤੁਸੀਂ ਇਹ ਨਹੀਂ ਸੋਚਦੇ ਕਿ ਤੁਸੀਂ ਜਿਹੜਾ ਬੜਾ ਲਾਈਟ ਕਮੈਂਟ ਦਿੱਤਾ ਆ ਕਿਸੇ ਨੂੰ, ਦੈਟਸ ਗੋਇੰਗ ਟੂ ਡਿਸਟਰੋਏ ਸਮਬਡੀ ਐਲਸਸ ਸੈਲਫ ਰਿਸਪੈਕਟ ਐਂਡ ਸੈਲਫ ਵਰਥ। ਤੁਸੀਂ ਉਹ ਦੂਸਰੇ ਬੱਚੇ ਨੂੰ ਕਹਿੰਦੇ ਪਏ ਯੂ ਨਾਟ ਗੁੱਡ ਇਨਫ, ਯੂ ਨਾਟ ਵਰਥ ਦੀ ਅਟੈਂਸ਼ਨ because your sister is beautiful, you're not beautiful, you're not pretty. It doesn't, we're just talking about the body image for now. ਹਾਂਜੀ, ਪਰ ਇਹ ਇਦਾਂ ਦੀਆਂ ਛੋਟੀਆਂ ਗੱਲਾਂ ਨਾਲ, ਜਿੱਦਾਂ ਹੁਣ ਮੈਂ ਤੁਹਾਨੂੰ ਕਿਹਾ ਮੈਂ ਆਰਮੀ ਜੁਆਇਨ ਕਰਨੀ ਐਂਡ ਯੂ ਨੋ ਮਾਈ ਫਾਦਰ ਲਾਫਡ ਐਟ ਮੀ, ਤੇ ਉਹ ਬਹੁਤ ਅਪਸੈਟਿੰਗ ਆ ਕਿਉਂਕਿ ਤੁਸੀਂ ਯੂ ਲੂਜ਼ ਯੋਰ ਸੈਲਫ ਵਰਥ ਥਰੂ ਦਿਸ। ਤੁਹਾਨੂੰ ਇੱਦਾਂ ਲੱਗਦਾ ਕਿ ਕੋਈ ਤੁਹਾਡੇ 'ਚ ਬਿਲੀਵ ਨਹੀਂ ਕਰਦਾ, ਯੂ ਨਾਟ ਗੁੱਡ ਇਨਫ, ਤੁਹਾਡੀ ਕੋਈ ਵੈਲਿਊ ਨਹੀਂ ਹੈਗੀ, ਕੋਈ ਤੁਹਾਨੂੰ ਪਿਆਰ ਨਹੀਂ ਕਰਦਾ, ਐਂਡ ਯੂ ਕੀਪ ਬਿਲਡਿੰਗ ਇਟ ਅਪ ਇਨ ਯੋਰ ਹੈਡ। ਮੈਂ ਇਹ ਮੰਨਦੀ ਹਾਂ ਕਿ ਜੇ ਸਾਰਿਆਂ ਨੂੰ ਇਹ ਸਮਝ ਹੋਏ ਕਿ ਇਹ ਛੋਟੇ ਕਮੈਂਟਸ ਜਿਹੜੇ ਆ ਉਹ ਪਾਇਲ ਅਪ ਹੋ ਕੇ ਇੱਕ ਬੰਦੇ ਦੀ ਸਾਈਕੋਲੋਜੀ ਤੇ ਕਿੰਨਾ ਨੈਗੇਟਿਵ ਇੰਪੈਕਟ ਦਿੰਦੇ ਆ, ਅਸੀਂ ਸ਼ਾਇਦ ਜੋ ਕਹਿੰਦੇ ਕਰਦੇ ਅਸੀਂ ਨਾ ਕਰੀਏ, ਰਾਈਟ। ਰਿਤੂ ਇਹ ਤੇ ਤੁਹਾਡੀ ਗੱਲ ਸਹੀ ਹੈ, ਬਟ ਜਿੱਦਾਂ ਹੁਣ ਮੀਡੀਆ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਹੈ ਨਾ ਕਿ ਤੁਸੀਂ ਤਾਂ ਸੁਣਿਆ ਫੇਅਰ ਐਂਡ ਲਵਲੀ ਐਂਡ ਆਲ ਦਿਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇੰਪੈਕਟ ਇੱਕ ਵੂਮਨ 'ਤੇ ਇੰਨਾ ਬੁਰਾ ਤਰੀਕੇ ਦੇ ਨਾਲ ਕਰਦੀਆਂ ਕਿ ਯੂ ਨੋ ਪਰਮਾਤਮਾ ਨੇ ਹਰੇਕ ਇਨਸਾਨ ਨੂੰ ਡਿਫਰੈਂਟ ਬਣਾਇਆ ਐਂਡ ਐਵਰੀਬਾਡੀਜ਼ ਸਕਿਨ ਕਲਰ ਇਜ਼ ਡਿਫਰੈਂਟ, ਦੇ ਗੋਨਾ ਬੀ ਲੁੱਕ ਡਿਫਰੈਂਟ ਐਂਡ ਇੱਕ ਜਿੱਦਾਂ ਕਹਿ ਲਓ ਵੀ ਬਾਗ ਹੈ ਉਹਦੇ ਵਿੱਚ ਹਰ ਤਰ੍ਹਾਂ ਦਾ ਫੁੱਲ ਹੈ,
ਐਂਡ ਅਗਰ ਇੱਕੋ ਜੇ ਫੁੱਲ ਹੋ ਜਾਣਗੇ ਤੇ ਇਟਸ ਨਾਟ ਗੋਣਾ ਬੀ ਇਟਸ ਵੈਰੀ ਬੋਰਿੰਗ ਵੀ ਹੈਵ ਟੂ ਬੀ ਯੂ ਨੋ ਐਂਡ ਵੂਮਨ ਆਈ ਥਿੰਕ ਉਹਨਾਂ ਨੂੰ ਆਪਣੀ ਕੰਫਰਟੇਬਲ ਆਈ ਥਿੰਕ ਮੋਰ ਹੋਣਾ ਚਾਹੀਦਾ ਆਪਣੇ ਆਪ ਦੇ ਵਿੱਚ ਇਟ ਡਸ ਨਾਟ ਮੈਟਰ ਬਾਈ ਦ ਵੇ ਤੁਸੀਂ ਯੂ ਨੋ ਇਹ ਵੀ ਸਾਡਾ ਏਸ਼ੀਅਨ ਕਨਸੈਪਟ ਹੈ ਬਿਊਟੀ ਦਾ ਹਾਂਜੀ ਕੁੜੀ ਲੰਬੀ ਹੋਣੀ ਚਾਹੀਦੀ ਹੈ ਲੰਬੇ ਵਾਲ ਹੋਣ ਗੋਰੀ ਚਿੱਟੀ ਹੋਏ ਵੱਡੀਆਂ ਅੱਖਾਂ ਹੋਣ ਇਹ ਕਨਸੈਪਟ ਸਾਡਾ ਏਸ਼ੀਅਨ ਬਿਊਟੀ ਦਾ ਅਸੀਂ ਬਣਾਇਆ ਆ ਹਾਂਜੀ that is not beautiful ਕਿਉਂਕਿ ਜੇ ਤੁਸੀਂ ਬਾਹਰ ਆ ਜਾਂਦੇ ਆ ਦੂਸਰੇ ਕਲਚਰ ਅਫਰੀਕਨ ਬਿਊਟੀਜ਼ ਦੇਖੋ ਉਹਨਾਂ ਦਾ ਕਨਸੈਪਟ ਡਿਫਰੈਂਟ ਆ ਉਹਨਾਂ ਦਾ ਕਨਸੈਪਟ ਕਲਰ ਨਾਲ ਨਹੀਂ ਰਿਲੇਟਡ ਉਹਨਾਂ ਦਾ ਕਨਸੈਪਟ ਹੋਰ ਚੀਜ਼ਾਂ ਨਾਲ ਰਿਲੇਟਡ ਆ ਜਦੋਂ ਅਸੀਂ ਇੰਗਲਿਸ਼ ਵਰਲਡ 'ਚ ਆ ਜਾਂਦੇ ਆ ਇਹਨਾਂ ਦਾ ਕਨਸੈਪਟ ਹੋਰ ਵੀ ਡਿਫਰੈਂਟ ਆ they don't look at the body shape they don't look at the height they so many English people complimented me that I started questioning myself that why don't I see what they see in the start ਮੈਨੂੰ ਜਦੋਂ ਇੰਗਲਿਸ਼ ਲੋਕੀ ਕੰਪਲੀਮੈਂਟ ਕਰਦੇ ਸੀ ਓ ਯੂ ਸੋ ਪ੍ਰੀਟੀ ਯੂ ਸੋ ਬਿਊਟੀਫੁਲ ਵਾਟਸ ਰੋਂਗ ਯੂ ਗਾਟ ਨੀਡ ਆਈ ਟੈਸਟ ਸਮਥਿੰਗ ਤਾਂ ਮੈਨੂੰ ਏਸ਼ੀਅਨ ਨੇ ਤਾਂ ਕਦੀ ਕਿਸੇ ਨੇ ਨਹੀਂ ਕਿਹਾ ਤੇ ਸੋਨੀ ਸੋ ਕੋਈ ਨਹੀਂ ਹੁਣ ਕਹਿਣਗੇ ਹੁਣ ਤਾਂ ਆਮ ਫਾਈਨ ਨਾਓ ਬਟ ਆਮ ਟਾਕਿੰਗ ਅਬਾਊਟ ਦ ਟਾਈਮ ਵੈਨ ਮਾਈ ਸੈਲਫ ਵਰਥ ਵਾਸ ਸੋ ਲੋ ਹਾਂਜੀ ਕਿਉਂਕਿ ਪਹਿਲਾ ਜਿਹੜਾ ਤੁਹਾਡਾ ਬਿਲੀਫ ਹੈ ਆਪਣੇ ਬਾਰੇ ਉਹ ਬਾਹਰੋਂ ਹੁੰਦਾ ਆ ਜਦੋਂ ਤੁਸੀਂ ਛੋਟੇ ਹੁੰਦੇ ਜਿਹੜੇ ਲੋਕਾਂ ਨਾਲ ਤੁਸੀਂ ਪਲਦੇ ਵੱਡੇ ਹੁੰਦੇ ਆ ਉਹ ਬਾਹਰੋਂ ਤੁਹਾਨੂੰ ਪਹਿਲੇ ਆਪਣੇ ਬਿਲੀਫਸ ਆਪਣੇ ਬਾਰੇ ਬਾਹਰੋਂ ਮਿਲਦੇ ਆ ਕਿਉਂਕਿ ਤੁਹਾਨੂੰ ਸਮਝ ਨਹੀਂ ਹੁੰਦੀ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਹ ਕਿਉਂ ਹੁੰਦਾ ਪਿਆ ਆ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਇਹ ਸੱਚ ਨਹੀਂ ਆ ਇਹ ਪੂਰਾ ਸੱਚ ਨਹੀਂ ਆ ਠੀਕ ਹੈ ਆਈ ਵਾਸ ਸ਼ੋਰਟ ਬਟ ਦੈਟ ਡਜ਼ਨਟ ਮੀਨ ਆਈ ਵਾਸ ਨਾਟ ਬਿਊਟੀਫੁਲ অর ਪ੍ਰੀਟੀ ਕੱਲ ਮੇਰੀ ਫਰੈਂਡ ਨੇ ਮੈਨੂੰ ਨਾ ਚੰਗੀਆਂ 20-22 ਸਾਲ ਪੁਰਾਣੀਆਂ ਪਿਕਚਰਸ ਹੋਣੀਆਂ ਉਹਦੇ ਬ੍ਰਦਰ ਦੀ ਵੈਡਿੰਗ ਸੀ ਉਹਨੇ ਉੱਥੋਂ ਦੀਆਂ ਉਹਨੂੰ ਕਿਤੇ ਲੱਭੀਆਂ ਉਹਨੇ ਮੈਨੂੰ ਪਿਕਚਰਸ ਭੇਜੀਆਂ ਅੱਜ ਸਵੇਰੇ I looked at it and the first thought that came to me was, oh damn, I was so pretty. Oh wow. Right? And why did I think I wasn't? And looking at the picture today, I mean, I'm not harping my own thing, but what I'm saying is this is what we instill in people. ਜਦੋਂ ਅਸੀਂ ਛੋਟੀਆਂ ਗੱਲਾਂ ਇਦਾਂ ਦੀਆਂ ਕਰਦੇ ਹਾਂ ਅਸੀਂ ਉਹਨਾਂ ਦੀ ਸੈਲਫ ਵਰਥ ਨੂੰ ਬ੍ਰੇਕ ਕਰ ਦਿੰਦੇ ਹਾਂ ਆਈ ਥਿੰਕ ਇਹ ਵੀ ਹੈਗਾ ਕਿ ਰਿਤੂ ਕਈ ਵਾਰੀ ਅਸੀਂ ਦੂਸਰਿਆਂ ਦੀ ਸੋਚ 'ਤੇ ਆਪਣੇ ਆਪ ਨੂੰ ਆਧਾਰ ਕਰ ਲੈਂਦੇ ਹਾਂ ਕਿ ਦੂਸਰੇ ਕਿਸ ਤਰੀਕੇ ਦੇ ਨਾਲ ਸਾਨੂੰ ਉਹਨਾਂ ਨੇ ਦੇਖਿਆ ਅਸੀਂ ਸੋਚਦੇ ਹਾਂ ਵੀ ਅਸੀਂ ਹੈ ਹੀ ਉਸੇ ਤਰੀਕੇ ਦੇ ਅਤੇ ਅਸੀਂ ਆਪਣੀ ਸੋਚ ਇੰਨੀ ਭੁੱਲ ਜਾਂਦੇ ਹਾਂ ਜਦ ਤੱਕ ਸਾਨੂੰ ਆਪਣੀ ਵੈਲਿਊ ਜਿੱਦਾਂ ਤੁਸੀਂ ਦੱਸਿਆ ਵੀ ਯੂ ਟਾਕਿੰਗ ਅਬਾਊਟ ਸੈਲਫ ਰੀਅਲਾਈਜੇਸ਼ਨ ਹੈ ਨਾ ਟਰੂ ਐਮਪਾਵਰਮੈਂਟ ਦੈਟ ਇਜ਼ ਟਰੂ ਐਮਪਾਵਰਮੈਂਟ ਐਗਜ਼ੈਕਟਲੀ ਜਦੋਂ ਤੁਸੀਂ ਆਪਣੀ ਐਮਪਾਵਰ ਆਈ ਮੀਨ ਆਪ ਕਰਦੇ ਹੋ ਇਟਸ ਚੇਂਜ ਯੋਰ ਲਾਈਫ ਜੇ ਤੁਸੀਂ ਮੋਰਲ ਆ ਹਾਂਜੀ ਤੁਸੀਂ ਮੋਰਲ ਗ੍ਰਾਂਟਸ 'ਤੇ ਕੰਮ ਕਰਦੇ ਆ ਤੁਸੀਂ ਸੱਚੇ ਆ ਰੱਬ ਨੂੰ ਤੁਸੀਂ ਜਵਾਬਦੇਹ ਜ਼ਰੂਰ ਹੋਣਾ ਆ ਕਿਉਂਕਿ ਇਹ ਮੈਂ ਬਹੁਤ ਕਲੀਅਰਲੀ ਮੰਨਦੀ ਹਾਂ ਬਹੁਤ ਫਰਮਲੀ ਕਿ ਰੱਬ ਨੂੰ ਤੁਸੀਂ ਹਰ ਐਕਸ਼ਨ ਜੋ ਵੀ ਕਰਦੇ ਹੋ ਰੱਬ ਨੂੰ ਤੁਸੀਂ ਜਵਾਬਦੇਹ ਆ ਮੈਂ ਕਹਿੰਦੀ ਹਾਂ ਕਿਸੇ ਇਨਸਾਨ ਨੂੰ ਤੁਸੀਂ ਜਵਾਬਦੇਹ ਨਹੀਂ ਆ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੁਛ ਕਰਨ ਤੋਂ ਬਾਅਦ ਰੱਬ ਨੂੰ ਕਹਿ ਸਕਦੇ ਆ ਕਿ ਹਾਂ ਮੈਂ ਇਹ ਇਸ ਕਰਕੇ ਕੀਤਾ ਸੀ ਜਾਂ ਮੈਂ ਇਹ ਸੋਚ ਕੇ ਕੀਤਾ ਸੀ ਮਤਲਬ ਤੁਸੀਂ ਫਿਰ ਮੋਰਲ ਆ ਤੁਸੀਂ ਸਹੀ ਕੰਮ ਕਰਦੇ ਪਏ ਆ ਲੋਕੀ ਰੌਲਾ ਪਾਉਂਦੇ ਆ ਬਲਬੀਰ ਲੋਕੀ ਆਰ ਗੋਇੰਗ ਟੂ ਟਾਕ ਐਨੀਵੇਜ਼ ਤੁਸੀਂ ਚੰਗਾ ਕੰਮ ਕਰ ਲਓ ਉਹਨਾਂ ਨੇ ਤਾਂ ਵੀ ਉਹਨਾਂ ਨੇ ਗੱਲ ਕਰਨੀ ਆ ਤੁਸੀਂ ਮਾੜਾ ਕਰ ਲਓ ਫਿਰ ਤਾਂ ਤੁਹਾਡਾ ਰੱਬ ਹੀ ਰੱਖਾ ਹੈ ਤੇ ਉਹਨਾਂ ਨੇ ਤਾਂ ਗੱਲਾਂ ਕਰਨੀਆਂ ਤੁਸੀਂ ਉਹ ਕਰੋ ਜੋ ਤੁਹਾਡੇ ਲਈ ਠੀਕ ਆ ਪਰ ਹਾਂ ਮੈਂ ਕਹਿੰਦੀ ਜੋ ਵੀ ਕਰੋਗੇ ਉਹ ਇਹ ਸੋਚ ਕੇ ਕਰੋ ਕਿ ਕਿਸੇ ਦਾ ਦਿਲ ਨਾ ਦੁਖੇ ਜਾਂ ਤੁਸੀਂ ਕੁਛ ਇਮੋਰਲ ਕੰਮ ਨਾ ਕਰੋ ਆਪਣੀਆਂ ਬਾਉਂਡਰੀਜ਼ ਤੁਸੀਂ ਆਪ ਸੈੱਟ ਕਰਨੀਆਂ ਆ ਆਪਣੀ ਜ਼ਿੰਮੇਵਾਰੀ ਨਾਲ ਕੰਮ ਕਰੋ ਐਜ਼ ਐਨ ਐਡਲਟ ਐਜ਼ ਅ ਰਿਸਪੌਂਸਿਬਲ ਪਰਸਨ ਤੇ ਉਹਨੂੰ ਜੱਜ ਕਰਨ ਵਾਲਾ ਸਿਰਫ ਰੱਬ ਆ ਬੰਦਾ ਉਹਨੂੰ ਜੱਜ ਨਹੀਂ ਕਰੇ ਜਾਂ ਤੁਸੀਂ ਇਹ ਨਾ ਸੋਚੋ ਕਿ ਬੰਦੇ ਜੱਜ ਕਰਨਗੇ ਤਾਂ ਕੀ ਕਹਿਣਗੇ ਉਹ ਤਾਂ ਫਿਰ ਜੋ ਕਹਿਣਗੇ ਉਹ ਤਾਂ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਇੱਕ ਕਹਿੰਦੇ ਕਿ ਉਸ ਪਰਮਾਤਮਾ ਦੇ ਅੱਗੇ ਸਾਡਾ ਸਾਰਾ ਕੁਝ ਜਿਹੜਾ ਹੈਗਾ ਰਾਈਟ ਹੋਣਾ ਚਾਹੀਦਾ ਦੁਨੀਆ ਨੇ ਤਾਂ ਗੱਲਾਂ ਕਰਦੇ ਰਹਿਣਾ ਐਂਡ ਦੈਟਸ ਅ ਵਰਲਡ ਅਨਫੋਰਚੂਨੇਟਲੀ ਇਹ ਤੋਂ ਅਸੀਂ ਕਈ ਚੰਗੀ ਗੱਲਾਂ ਵੀ ਸਿੱਖਦੇ ਹਾਂ ਅਤੇ ਕਈ ਮਾੜੀਆਂ ਦਾ ਐਕਸਪੀਰੀਅੰਸ ਵੀ ਸਾਨੂੰ ਹੁੰਦਾ ਰਿਤੂ ਤੁਸੀਂ ਆਪਣੀ ਸੰਸਥਾ ਦੇ ਵਿੱਚ ਆਰਟ ਕ੍ਰਾਫਟ ਵੀ ਕਰਦੇ ਹੋ ਹੋਰ ਉਹ ਕਿਸ ਲਈ ਤੁਸੀਂ ਸਟਾਰਟ ਕੀਤਾ ਆਈ ਵਾਸ ਜਸਟ ਲੁਕਿੰਗ ਐਟ ਇਟ ਵਾਸ ਅ ਨਿਊ ਥਿੰਗ ਅਤੇ ਮੈਂ ਸੋਚਿਆ ਵੀ ਇਹਦੇ ਬਾਰੇ ਵੀ ਸਾਨੂੰ ਥੋੜ੍ਹੀ ਮੈਂ ਆਮ ਨਾਟ ਐਨ ਆਰਟਿਸਟ ਬੇਸਿਕਲੀ ਮੇਰਾ ਕੋਈ ਰਾਬਤਾ ਨਹੀਂ ਰਿਹਾ ਆਰਟ ਨਾਲ ਜ਼ਿਆਦਾ ਅਪਾਰਟ ਫਰੋਮ ਆਈ ਵਾਸ ਅ ਥੀਏਟਰ ਐਕਟਰੈਸ ਐਟ ਸਮ ਪੁਆਇੰਟ ਐਟ ਕਾਲਜ ਪਰ ਮੈਂ ਇਹ ਰਿਅਲਾਈਜ਼ ਕੀਤਾ ਕੋਵਿਡ-19 ਦੇ ਲੋਕਡਾਊਨ ਦੇ ਦੌਰਾਨ ਕਿ ਜਿਹੜੇ ਆਰਟਿਸਟ ਨੇ ਜਿਹੜੇ ਛੋਟੇ ਬਡਿੰਗ ਆਰਟਿਸਟਸ ਨੇ ਜਾਂ ਜਿਹੜੇ ਸਟਾਰਟਅਪਸ ਨੇ ਜਾਂ ਜਿਹੜੇ ਸਮੋਲ ਬਿਜ਼ਨਸਿਸ ਨੇ ਆਰਟਸ ਨਾਲ ਰਿਲੇਟਡ ਉਹਨਾਂ ਨੂੰ ਕਿੰਨਾ ਇੰਪੈਕਟ ਹੋਇਆ ਹੋਣਾ ਅਤੇ ਉਹ ਮੇਰਾ ਆਈਡੀਆ ਇਹ ਸੀ ਕਿ ਅਸੀਂ ਆਪਣੀ ਇੰਸਟੀਟਿਊਸ਼ਨ ਦੇ ਪਲੈਟਫਾਰਮ ਤੋਂ ਉਹਨਾਂ ਨੂੰ ਪ੍ਰਮੋਟ ਕਰੀਏ ਸੋ ਆਈ ਆਸਕ them to approach me and send me their videos ਕਿ ਉਹ ਕੌਣ ਨੇ ਉਹਨਾਂ ਨੂੰ ਕੰਟੈਕਟ ਕਿੱਦਾਂ ਕੀਤਾ ਜਾ ਸਕਦਾ ਉਹ ਆਪਣੇ ਕੰਮ ਬਾਰੇ ਗੱਲ ਕਰਨ ਵੀਡੀਓ 'ਤੇ ਮੈਂ ਉਹਨੂੰ ਰੀਲੇ ਕਰਾਂ ਜਿੰਨੇ ਵੀ ਪਲੈਟਫਾਰਮਸ 'ਤੇ ਅਸੀਂ ਹੈਗੇ ਹਾਂ ਅਤੇ ਉਹਨਾਂ ਨੂੰ ਐਕਸਪੋਜ਼ਰ ਦਿੱਤਾ ਜਾਏ ਸੋ ਇਟ ਵਾਜ਼ ਲਾਈਕ ਟੂ ਸਪੋਰਟ them to do better ਸੋ ਐਨੀ ਟਾਈਪ ਆਫ ਆਰਟ ਵਰਕ ਕੋਈ ਵੀ ਉਹ ਕਹਿ ਲਓ ਵੀ ਬਿਕਾਜ਼ ਸਿੰਗਰ ਡਾਂਸਰ ਕ੍ਰਾਫਟਸ
anything, art, handicraft, anything. So did you had a good response of that? I had a good response, yeah. So kado start ho raha hai? ਅਸੀਂ 1 August ਤੋਂ start 1 August ਤੋਂ start, so congratulations. Thank you. ਤੇ ਜਿਹੜੇ ਇਹਨਾਂ ਨਾਲ join ਨੇ, we will get to see them as well, ਹੈ ਨਾ? ਤੇ ਇਹ ਜਿਹੜਾ ਇਹ ਵੀ ਸਿਰਫ women's ਲਈ ਹੈਗਾ ਕਿ it's for everybody basically? It's only for women. Only for women. I'm a bit biased like that. It's only I wouldn't call a bias, but ਜਿਹੜੇ ਤੁਸੀਂ ਜਿਸ ਤਰੀਕੇ ਦੇ ਨਾਲ ਕੰਮ ਕਰਨਾ ਫਿਰ ਉਹਦੇ ਬੇਸ ladies ਲਈ ਹੈ ਤੇ it's all over the world as well. all over the world. So ਜਿਹੜੇ ਦੂਸਰੇ contact like art craft ਜਿਹੜੇ do they send you videos or how did they ਜਿੱਦਾਂ ਹੁਣ ਸਾਡੇ ਜਿਹੜੇ viewers ਨੇ ਮੈਂ ਕ੍ਰਾਈਟੇਰੀਆ ਰੱਖਿਆ ਕਿ 3 ਮਿੰਟ ਦੀ ਵੀਡੀਓ ਬਣਾ ਕੇ ਭੇਜੋ ਪਹਿਲੇ ਮਿੰਟ 'ਚ ਜਾਂ ਉਸ ਤੋਂ ਘੱਟ ਟਾਈਮ 'ਚ ਜੇ ਤੁਸੀਂ ਚਾਹੋ ਤਾਂ ਤੁਸੀਂ ਦੱਸ ਸਕਦੇ ਆ ਕਿ ਤੁਹਾਡਾ ਆਰਟ ਫਾਰਮ ਕੀ ਆ ਤੇ ਉਹਦੇ ਥਰੂ ਤੁਸੀਂ ਕੀ ਕਰਨਾ ਚਾਹੁੰਦੇ ਤੁਹਾਡਾ ਮੈਸੇਜ ਕੀ ਆ ਤੇ ਤੁਹਾਨੂੰ ਲੋਕੀ ਕੰਟੈਕਟ ਕਿੱਦਾਂ ਕਰ ਸਕਦੇ ਆ ਤੇ ਨੈਕਸਟ 2 ਮਿੰਟਸ ਤੁਸੀਂ ਸ਼ੋਕੇਸ ਕਰ ਸਕਦੇ ਆ ਫॉर ਐਗਜ਼ਾਮਪਲ ਇਫ ਯੂ ਪੇਂਟ ਤੁਸੀਂ ਆਪਣੀਆਂ ਪੇਂਟਿੰਗਸ ਦੀ ਵੀਡੀਓਜ਼ ਬਣਾ ਸਕਦੇ ਆ ਜੇ ਉਹਨਾਂ ਨਾਲ ਸਟੋਰੀ ਰਿਲੇਟਡ ਆ ਤੁਸੀਂ ਉਹ ਵੀਡੀਓ ਕਰ ਸਕਦੇ ਆ ਜੇ ਤੁਸੀਂ ਡਾਂਸਰ ਸਿੰਗਰ ਆ ਤੁਸੀਂ ਉਹ ਪਰਫਾਰਮ ਕਰਕੇ 3 minutes ਦੀ video, no more than 3 minutes ਦੀ video ਤੁਸੀਂ ਸਾਨੂੰ ਭੇਜ ਸਕਦੇ ਆ and then we forecast it on our social media stuff. ਬਹੁਤ ਵਧੀਆ ਚਾਂਸ ਹੈਗਾ ਸੋ that's really good to empower ਜਿਹੜੀ women's ਨੇ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਨੇ can they do cooking as well because ਸਾਡੀ ਕਈ ladies ਜਿਹੜੀਆਂ they are expert in cookings but they think ਕਿ ਸਾਡਾ ਜਿਹੜਾ ਹੈਗਾ waste ਜਾ ਰਿਹਾ cooking ਦਾ talent ਜਿਹੜਾ ਹੈਗਾ so are they allowed to do that as well? If you think of cooking as an art, feel free to send your video, we'll have a look, why not? I did not think of that by the way. Okay, yeah. Because ਨਹੀਂ ਮੈਨੂੰ ਲੱਗਾ ਵੀ ਕਈ ladies ਜਿਹੜੀਆਂ ਹੈਗੀਆਂ ਘਰਾਂ ਦੇ ਵਿੱਚ they are doing really nice cookings because I'm good cooking so I was thinking I'm only joking. You're multi-talented. No. I'm just asking because somebody did ask ਤੇ ਉਹਦੇ ਵਿੱਚ ਹੈਗਾ ਕਿ ਜਿਹੜੀ ਕੁਕਿੰਗ ਹੈਗੀ ਆ ਇੱਕ ਸਾਡੇ ਪਾਰਟ ਦਾ ਕਲਚਰ ਵੀ ਹੈ ਵੀ ਇੰਜੋਏ ਫੂਡ ਪੰਜਾਬੀ ਹੋਣ ਦੇ ਕਾਰਨ ਸੋ ਦੇਰ ਇਜ਼ ਮੈਨੀ ਵੂਮਨਸ ਜਿਹੜੇ ਕਿ ਕ੍ਰਾਫਟ ਦੇ ਵਿੱਚ ਸੋਇੰਗ ਵਗੈਰਾ ਵੀ ਕਈ ਕਰਦੀਆਂ ਹੈਗੀਆਂ ਸੋ ਦੇ ਨੋ ਹਾਊ ਟੂ ਐਮਬ੍ਰੋਇਡਰਿੰਗ ਵਗੈਰਾ ਕਹਿ ਲਓ ਕਲਰ ਪੇਂਟਿੰਗ ਜਿਹੜੀ ਹੈਗੀ ਆ ਇਟਸ ਲਾਈਕ rangoli keh lo I mean I've seen a lot of rangoli so alag tarike de makeup artist vi yeah makeup artist if you want. It's a very big platform you're giving to people as well, isn't it? so sorry women will be looking at you Ritu now where is Ritu to find please feel free to approach so mainly tada base jada Ritu kitte hega where you are based at Birmingham and around Birmingham hai agar kisi ne tanu jida contact karna hai to as a Ritu Sharma you are based in Ajwas yeah Birmingham it's easiest to email ritu@ritusharma.co.uk मैं LinkedIn te bhi just Ritu Sharma and if you look at keyword is empowerment women empowerment Facebook te bhi मैं LinkedIn te bhi मैं Instagram te bhi so feel free to get in touch if you'd like why not and we're going to talk more about body image now as we said we're going to be last part jada sada thoda ja reh jana ਉਹਦੇ ਤੇ women body image ਜਿਹੜੀ ਹੈਗੀ ਆ ਕਿ fat thin and all that ਜਿਹੜਾ ਸਾਡੇ Asian cultures ਦੇ ਵਿੱਚ ਕਾਫੀ ਹੁੰਦਾ ਉਹਦੇ ਬਾਰੇ ਸਾਨੂੰ ਥੋੜੀ ਜਿਹੀ ਹੋਰ ਦੱਸੋ ਵੀ ਜਿਹੜੀ ladies ਨੇ ਜਾਂ teenager girls ਨੇ they get really stressed out with their body image ਉਹਦੇ ਬਾਰੇ ਸਾਨੂੰ ਥੋੜੀ ਹੋਰ ਦੱਸੋ ਕਿ how they can say is that it is ਅਸੀਂ ਸਾਰੇ ਇੱਕੋ shape we not meant to be of the same shape ਜਿੱਦਾਂ ਤੁਸੀਂ ਕਿਹਾ ਇੱਕ ਬਾਗ ਹੈ ਅਲੱਗ ਫੁੱਲ ਆ we not meant to be of the same shape size color features whatever we've got a very distinct DNA to ourselves ਤੁਹਾਡਾ DNA ਦਾ ਮੈਚ ਕਿਤੇ ਨਹੀਂ ਮਿਲੂਗਾ ਪੂਰੀ ਦੁਨੀਆ 'ਚ unless ਤੁਹਾਡਾ identical twin ਨਹੀਂ ਹੈਗਾ one and one only piece the one and only right one and only yeah handmade and delivered to the door that's so, it ਜੇ ਰੱਬ ਨੇ ਤੁਹਾਨੂੰ ਇੰਨਾ ਯੂਨੀਕ ਬਣਾਇਆ ਆ ਤੇ ਫਿਰ ਇੱਕ ਇਨਸਾਨ ਦਾ ਰਾਈਟ ਹੈਗਾ ਇਹਨੂੰ ਕੁਐਸਚਨ ਕਰਨ ਦਾ ਕਿ ਮੈਂ ਸਹੀ ਨਹੀਂ ਆ ਜਾਂ ਮੈਂ ਫਾਲਟਡ ਆ ਜਾਂ ਮੈਂ ਚੰਗਾ ਨਹੀਂ ਆ ਪਹਿਲੇ ਬੇਸ ਤੇ ਤਾਂ ਅਸੀਂ ਇਹ ਜਦੋਂ ਐਕਸੈਪਟ ਕਰ ਲਾਂਗੇ ਨਾ ਕਿ ਵੀ ਨਾਟ ਮੈਂਟ ਟੂ ਬੀ ਇਨ ਅ ਪਾਰਟਿਕੂਲਰ ਸ਼ੇਪ it is what we want to make ourselves to be right ਫਿਰ ਅਸੀਂ ਇੱਕ ਲੈਵਲ ਤੇ ਸਾਨੂੰ ਫਿਰ ਸ਼ਾਂਤੀ ਆ ਜਾਂਦੀ ਹੈ ਕਿ ਨਹੀਂ ਮੈਂ ਜੋ ਹੈਗੀ ਮੈਂ ਠੀਕ ਹੈ how do you feel about it if you don't feel good about it work on it great right it's all about feeling comfortable with it ਜੇ ਤੁਸੀਂ size 16 ਆ and you still feel happy and you still confident you're good enough
ਸੋ ਸਾਡਾ ਸ਼ੋ ਅੱਜ ਦਾ ਇੱਥੇ ਹੀ ਖਤਮ ਹੁੰਦਾ ਹੈ। ਬੇਸਿਕਲੀ ਕਾਫੀ ਇਨਫੋਰਮੇਸ਼ਨ ਹੋਰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਂ ਵੀ ਆਉਣ ਵਾਲੇ ਟਾਈਮ ਦੇ ਵਿੱਚ, ਬਿਕੋਜ਼ देयर इज़ लॉट टू टॉक अबाउट वुमेन इन पावर। नारी शक्ति काफ़ी शक्तिशाली है, दैट्स वाई। सो मैं अकेला ही चला था सफ़र पर, लोग मिलते गए और एक काफिला बनता गया। थैंक यू रितु फॉर कमिंग टुडे। मिलांगे नेक्स्ट वीक एक अनदर गेस्ट के नाल। तद तक मेरे वालों बी हैप्पी एंड बी सेफ। जय गुरुदेव।